ਉੱਥੇ ਵੀ ਸੱਦਾ ਦਿੱਤਾ ਜਾਂਦਾ ਹੈ ਜਥੇਬੰਦੀਆਂ ਵੱਲੋਂ, ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਜਿਹੜੇ ਆਗੂ ਨੇ, ਨੁਮਾਇੰਦੇ ਨੇ ਜਾਂ ਜਿਹੜੇ ਵੀ ਸੰਘਰਸ਼ ਦਾ ਹਿੱਸਾ ਬਣੇ ਹੋਏ ਲੋਕ ਨੇ ਵੱਧ ਚੜ੍ਹ ਕੇ ਉੱਥੇ ਪਹੁੰਚਦੇ ਨੇ। ਜਿਸ ਤਰੀਕੇ ਨਾਲ ਕੱਲ ਮੁਜ਼ੱਫਰਨਗਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ, ਉਸ ਨੂੰ ਵੇਖ ਕੇ ਕੀ ਲੱਗਦਾ ਹੈ ਕਿ ਯੂਪੀ ਚੋਣਾਂ ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ ਜਾਂ ਇਸ ਮਹਾ ਪੰਚਾਇਤ ਦਾ ਪ੍ਰਭਾਵ ਕਿਸ ਤਰੀਕੇ ਦੇ ਨਾਲ ਇਸ ਅੰਦੋਲਨ ਦਾ ਜਿਹੜਾ ਰੰਗ ਹੈ ਉਹ ਬਦਲ ਰਿਹਾ ਹੈ? ਕਮਲ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕੱਲ੍ਹ ਦੀ ਉੱਥੇ ਮਹਾ ਪੰਚਾਇਤ ਹੋਈ ਹੈ, ਉਹਨੇ ਬਹੁਤ ਜ਼ਿਆਦਾ ਲੋਕਾਂ ਦੇ ਭਰਮ ਭੁਲੇਖੇ ਆ ਜਿਹੜੇ ਉਹ ਵੀ ਦੂਰ ਕੀਤੇ ਆ ਤੇ ਇੱਕ ਨਵੀਂ ਮਿਸਾਲ ਆ ਜਿਹੜੀ ਚੇਤਨਾ ਦੀ ਜਿਹੜੀ ਲਹਿਰ ਆ ਉਹਨੂੰ ਹੋਰ ਪ੍ਰਭਾਵੀ ਰੂਪ ਦਿੱਤਾ ਹੈ। ਗੱਲ ਜਿਹੜੀ ਤੁਸੀਂ ਕਹਿ ਰਹੇ ਆ ਕਿ ਯੂਪੀ ਚੋਣਾਂ ਪਰ ਪ੍ਰਭਾਵ ਨਹੀਂ ਪਵੇਗਾ, ਇਹ ਦੇਸ਼ ਦੀ ਰਾਜਨੀਤੀ ਤੇ ਪ੍ਰਭਾਵ ਪਵੇਗਾ। ਕਿਸਾਨਾਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਗਈ ਆ ਕਿ ਭਾਰਤ ਦੀ ਜਿਹੜੀ ਮੌਜੂਦਾ ਸਰਕਾਰ ਆ ਉਹ ਇਹ ਕਾਨੂੰਨਾਂ ਨੂੰ ਰੱਦ ਕਰਨ ਦੇ ਮੂਡ ਵਿੱਚ ਨਹੀਂ, ਨਾ ਹੀ ਉਹ ਕਾਨੂੰਨਾਂ ਨੂੰ ਰੱਦ ਕਰੇਗੀ। ਇਸੇ ਕਰਕੇ ਜਿਹੜੇ ਬੀਜੇਪੀ ਦੇ ਲੀਡਰ ਆ ਉਹ ਵਾਰ-ਵਾਰ ਇਹ ਗੱਲ ਕਹਿ ਚੁੱਕੇ ਨੇ ਕਿ ਇਹ ਕੋਈ ਕਾਨੂੰਨ ਆ ਜਿਹੜੇ ਹੁਣ ਰੱਦ ਨਹੀਂ ਹੋਵੇਗੇ। ਤੁਸੀਂ ਦੇਖਿਆ ਹੋਣਾ ਕਿ ਜਨਵਰੀ 26 ਦੀ ਜਿਹੜੀ ਉਹ ਘਟਨਾ ਹੋਈ ਆ, ਉਹਤੇ ਬਾਅਦ ਕੇਂਦਰ ਸਰਕਾਰ ਵੱਲੋਂ ਜਾਂ ਕੇਂਦਰ ਦੇ ਮਿਨਿਸਟਰਾਂ ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਵੀ ਕਿਸਾਨਾਂ ਦੇ ਨਾਲ ਜਿਹੜਾ ਸੰਵਾਦ ਆ, ਗੱਲਬਾਤ ਆ, ਉਹ ਠੱਪ ਹੋ ਚੁੱਕੀ ਆ, ਬੰਦ ਹੋ ਚੁੱਕੀ ਆ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਪਹਿਲ ਕਦਮੀ ਕੀਤੀ ਸੀਗੀ ਤਾਂ ਕਿ ਦੇਸ਼ ਵਾਸੀ ਇਹ ਮਹਿਸੂਸ ਨਾ ਕਰਨ ਕਿ ਕਿਸਾਨ ਆ ਜਿਹੜੇ ਉਹ ਆਪਣੀਆਂ ਮੰਗਾਂ ਪਰ ਅੜਿੱਗ ਨੇ, ਆਪਣੀਆਂ ਗੱਲਾਂ ਮਨਾਉਣ ਵਾਸਤੇ ਸਰਕਾਰ ਦੇ ਗਲ ਗੂਠਾ ਦੇ ਰਹੇ ਨੇ, ਸਰਕਾਰ ਦੀ ਕੋਈ ਗੱਲ ਮੰਨਦੇ ਨਹੀਂ। ਉਹਨਾਂ ਨੂੰ ਇਹ ਵੀ ਇਸ ਗੱਲ ਦਾ ਪਤਾ ਸੀਗਾ ਕਿ ਭਾਰਤ ਸਰਕਾਰ, ਖਾਸ ਕਰਕੇ ਬੀਜੇਪੀ ਦੀ ਲੀਡਰਸ਼ਿਪ ਜਾਂ ਉਹਦੀਆਂ ਸਹਿਯੋਗੀ ਜਥੇਬੰਦੀਆਂ ਇਹ ਪ੍ਰਚਾਰ ਕਰਨਗੀਆਂ ਕਿ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ, ਜਿਹੜੀ ਕਿਸਾਨ ਲੀਡਰਸ਼ਿਪ ਆ ਉਹ ਭੱਜ ਰਹੀ ਹੈ। ਉਹ ਚਿੱਠੀ ਲਿਖ ਕੇ ਕਿਸਾਨ ਆਗੂਆਂ ਨੇ ਸਰਕਾਰ ਦਾ ਮੂੰਹ ਬੰਦ ਕਰ ਦਿੱਤਾ ਹੈ। ਉਹ ਸਰਕਾਰ ਹੁਣ ਬੋਲਣ ਜੋਗੀ ਨਹੀਂ ਰਹੀ। ਪੰਜਾਬ ਦੀ ਸੱਭਿਅਤਾ ਹੈ, ਜੋ ਪੰਜਾਬ ਦੇ ਲੋਕਾਂ ਦਾ ਕਰਮ ਤੇ ਧਰਮ ਆ, ਜਿਵੇਂ ਪੰਜਾਬ ਕਿਹਾ ਜਾਂਦਾ ਕਿ ਸੇਵਾ ਕਰਨ ਵਾਸਤੇ ਹਮੇਸ਼ਾ ਅੱਗੇ ਰਹਿੰਦਾ ਹੈ, ਹਰ ਵੇਲੇ ਮਦਦ ਵਾਸਤੇ, ਪੀੜਤਾਂ ਦੀ ਸਹਾਇਤਾ ਲਈ ਪੰਜਾਬ ਦੇ ਲੋਕਾਂ ਨੇ ਆਪਣੇ ਦਰਵਾਜ਼ੇ ਤੇ ਦਿਲ ਦੀਆਂ ਜਿਹੜੀਆਂ ਬਰੂਹਾਂ ਖੋਲ੍ਹ ਕੇ ਰੱਖਦੇ ਨੇ, ਮਦਦ ਲਈ ਅੱਗੇ ਹੁੰਦੇ। ਉਹੀ ਸੇਮ ਸਿਸਟਮ ਆ ਜਿਹੜਾ ਪੰਜਾਬੀਆਂ ਦੀ ਜਿਹੜੀ ਗੱਲ ਆ ਉਹ ਮੁਜ਼ੱਫਰਨਗਰ ਦੇ ਵਿੱਚ ਦੇਖਣ ਨੂੰ ਮਿਲੀ। ਉੱਥੇ ਬਹੁ ਗਿਣਤੀ ਜਿਹੜੇ ਮੁਸਲਮਾਨ ਪਰਿਵਾਰ ਨੇ, ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਵੈਸਟ ਬੰਗਾਲ ਤੋਂ ਆਏ ਤੇ ਜਾਂ ਦੂਜੇ ਸੂਬਿਆਂ ਤੋਂ ਜਿਹੜੇ ਲੋਕ ਆਏ ਤੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਠਹਿਰਾਇਆ, ਰੋਟੀ ਪਾਣੀ ਖਿਲਾਇਆ ਤੇ ਉਹਨਾਂ ਦੀ ਚੰਗੀ ਸੇਵਾ ਪਾਣੀ ਵੀ ਕੀਤੀ। ਉੱਥੇ ਤੇ ਜਿਹੜੀਆਂ ਪਰਿਵਾਰਕ ਤੰਦਾਂ, ਸਮਾਜਿਕ ਤੰਦਾਂ, ਸਮਾਜਿਕ ਰਿਸ਼ਤਿਆਂ ਦੀ ਜਿਹੜੀ ਉਲਝੀ ਹੋਈ ਤਾਣੀ ਸੀ ਉਹਨੂੰ ਮਜ਼ਬੂਤ ਕਰਨ ਦੀ ਇੱਕ ਉੱਥੇ ਤੇ ਜਿਹੜੀ ਨੀਂਹ ਆ ਜਿਹੜੀ ਉਹ ਰੱਖੀ ਗਈ ਆ। ਸਾਡੇ ਰਿਸ਼ਤੇ ਆ, ਜਿਹੜੀ ਸਾਡੀ ਭਾਈਚਾਰਕ ਸਾਂਝ ਆ, ਉਹ ਵੀ ਉੱਥੇ ਤੇ ਇੱਕ ਤਰ੍ਹਾਂ ਦੀ ਮਜ਼ਬੂਤ ਹੋਈ ਆ। ਪਹਿਲੀ ਗੱਲ ਤਾਂ ਇਹ ਹੋਈ ਆ। ਖਾਲੀ ਸਿਲੰਡਰ ਸਿਰਾਂ ਪਰ ਰੱਖ ਕੇ ਇਹਨਾਂ ਦੇ ਬੀਜੇਪੀ ਦੇ ਵੱਡੇ ਆਗੂ ਜਿਹੜੇ ਕਿ ਹੁਣ ਸਰਕਾਰ ਦੇ ਵਿੱਚ ਮੰਤਰੀ ਵੀ ਆ, ਉਹ ਸੜਕਾਂ ਪਰ ਉਤਰਦੇ ਰਹੇ ਨੇ। ਬਹੁਤ ਸਾਰੇ ਉਹ ਆਗੂ, ਖਾਸ ਕਰਕੇ ਮਹਿਲਾਵਾਂ, ਜਿਨ੍ਹਾਂ ਨੇ ਆਪਣੀਆਂ ਸਬਜ਼ੀਆਂ ਦੇ, ਫਲਾਂ ਦੇ ਜਾਂ ਹਾਰ ਬਣਾ ਆਪਣੇ ਗਲਾਂ ਦੇ ਵਿੱਚ ਪਾ ਕੇ ਸੜਕਾਂ ਪਰ ਉਤਰ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਖਾਸ ਕਰਕੇ ਹਰਿਆਣੇ ਦੇ ਕੋਈ ਮੰਤਰੀ ਆ, ਉਹਨਾਂ ਦੀ ਹੁਣ ਵੀ ਥੋੜ੍ਹੇ ਕੁ ਦਿਨਾਂ ਬਾਅਦ ਜਿਹੜੀ ਵੀਡੀਓ ਵਾਇਰਲ ਹੋ ਜਾਂਦੀ ਹੈ ਮਹਿੰਗਾਈ ਨੂੰ ਲੈ ਕੇ, ਜਿਨ੍ਹਾਂ ਨੇ ਖਾਲੀ ਸਿਲੰਡਰ ਰੱਖਿਆ ਹੋਇਆ। ਇਸ ਕਰਕੇ ਹੁਣ ਮਹਿੰਗਾਈ ਆ ਜਿਹੜੀ ਉਦੋਂ ਦੇ ਨਾਲ ਜ਼ਿਆਦਾ ਵਧੀ ਹੋਈ ਆ। ਸਿਲੰਡਰ ਤੁਸੀਂ ਪਿਛਲੇ ਮਹੀਨੇ ਦੇ ਵਿੱਚ 3 ਵਾਰੀ ਮਤਲਬ 25 ਰੁਪਏ ਕਰਕੇ ਵਧਿਆ ਪਿਛਲੇ ਮਹੀਨੇ ਦੇ ਵਿੱਚ। ਇਸੇ ਕਰਕੇ ਜਿਹੜੀ ਉਹ ਆਪਣਾ ਪੈਟਰੋਲ ਆ ਜਾਂ ਡੀਜ਼ਲ ਆ, ਉਹ ਵੀ 100 ਦਾ ਅੰਕੜਾ ਜਿਹੜਾ ਪਾਰ ਕਰ ਚੁੱਕਿਆ ਹੈ। ਇਸੇ ਕਰਕੇ ਜਿਹੜੀ ਬਾਕੀ ਦੀ ਮਹਿੰਗਾਈ ਆ ਉਹ ਵੀ ਲਗਾਤਾਰ ਵਧ ਰਹੀ ਹੈ। ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਹੈ। ਲੋਕ ਜਦੋਂ ਸੜਕਾਂ 'ਤੇ ਆਉਣਗੇ ਤਾਂ ਫਿਰ ਪਤਾ ਲੱਗੂਗਾ। ਹੁਣ ਜਿਹੜੀ ਗੱਲ ਮੈਂ ਅੰਨਾ ਹਜ਼ਾਰੇ ਦੇ ਨਾਲ ਜੋੜ ਇਸ ਕਰਕੇ ਕਹਿ ਰਿਹਾ, ਉਦੋਂ ਅੰਨਾ ਹਜ਼ਾਰੇ ਦੇ ਅੰਦੋਲਨ ਨੇ ਸਰਕਾਰ ਦੀ ਜਿਹੜੀ ਤਬੂਤ ਆ ਉਹਦੇ ਵਿੱਚ ਕਿੱਲ ਠੋਕਿਆ, ਤਾਂ ਹੁਣ ਸੇਮ ਦੇਸ਼ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਹ 2024 ਦੇ ਵਿੱਚ ਮੋਦੀ ਸਰਕਾਰ ਦੀ ਤਬੂਤ ਵਿੱਚ ਕਿੱਲ ਠੋਕਿਆ ਜਾਵੇਗਾ। ਜੇਕਰ ਸਰਕਾਰਾਂ, ਜਿਹੜੀਆਂ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੇ ਹੱਕ 'ਚ ਨਾ ਭੁਗਤੀਆਂ ਤਾਂ ਇਹ ਵੋਟਾਂ ਜਿਹੜੀਆਂ ਕਿਸਾਨ ਆ ਸਰਕਾਰ ਦਾ ਵਿਰੋਧ ਕਰਨਗੇ। ਇਹ ਚੁਣੌਤੀ ਆ ਜਿਹੜੀ
ਜੋਗੀ ਸਰਕਾਰ ਨੂੰ ਵੀ ਭੁਗਤਣੀ ਪੈ ਸਕਦੀ ਹੈ ਤੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਭੁਗਤਣੀ ਪੈ ਸਕਦੀ ਹੈ। 2022 ਤੋਂ ਬਾਅਦ ਫਿਰ ਉਹਨਾਂ ਦਾ ਅਗਲਾ ਨਿਸ਼ਾਨਾ 2024 ਹੋ ਗਿਆ। ਇਸ ਕਰਕੇ ਜਿਹੜੀ ਮੁਜ਼ੱਫਰਨਗਰ ਦੀ ਰੈਲੀ ਆ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹੱਤਤਾ ਜਿਹੜੀ ਰੱਖ ਰਹੀ ਹੈ ਤੇ 27 ਤਰੀਕ ਨੂੰ ਉਹਨਾਂ ਨੇ ਭਾਰਤ ਬੰਦ ਦਾ ਸੱਦਾ ਵੀ ਦਿੱਤਾ। ਠੀਕ ਆ ਵੀ ਹੁਣ ਉਹਨਾਂ ਨੇ ਹਾਲੇ ਆਉਣ ਵਾਲੇ ਦਿਨਾਂ ਵਿੱਚ ਕਲੀਅਰ ਹੋਊਗਾ ਵੀ 2 ਘੰਟੇ ਵਾਸਤੇ ਬੰਦ ਕਰਨਾ ਕਿ 4 ਘੰਟੇ ਵਾਸਤੇ ਬੰਦ ਕਰਨਾ, ਕਿਉਂਕਿ ਪੂਰਾ ਦਿਨ ਬੰਦ ਕਰਨਾ। ਪਰ ਉਹਨਾਂ ਨੇ 27 ਤਰੀਕ ਦੀ ਭਾਰਤ ਬੰਦ ਦੀ ਕਾਲ ਦਿੱਤੀ। ਉਸ ਜਿਹੜਾ ਬੰਦ ਆ ਪਿਛਲੇ ਦਿਨਾਂ ਦੇ ਦੌਰਾਨ ਵੀ ਜਿੰਨੇ ਵੀ ਉਹਨਾਂ ਨੇ ਕਾਲ ਦਿੱਤੀ ਆ, ਜੋ ਵੀ ਕਾਲ ਦਿੱਤੀ ਆ ਕਿਸਾਨ ਯੂਨੀਅਨ ਨੇ, ਉਹ ਪੂਰੀ ਤਰ੍ਹਾਂ ਕਾਮਯਾਬ ਰਹੀ ਆ। ਹਰਜੀਤ ਗਰੇਵਾਲ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਨੇ ਕਿ ਜਦੋਂ ਵੀ ਉਹਨਾਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਜਾਂਦੀ ਆ ਤੇ ਉਹਨਾਂ ਦਾ ਜਿੱਦਾਂ ਮੁਰਦਾ ਬੋਲੂ ਖੱਫਣ ਪਾੜੂ ਵਾਲੀ ਕਹਾਵਤ ਆ ਨਾ, ਉਹਨਾਂ ਦੇ ਬਿਲਕੁਲ ਫਿੱਟ ਬੈਠਦੀ ਹੈ ਕਿ ਜਦੋਂ ਵੀ ਉਹਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਜਾਂਦੀ ਹੈ ਕਿਸਾਨੀ ਸੰਘਰਸ਼ ਨੂੰ ਲੈ ਕੇ ਤਾਂ ਉਹਨਾਂ ਦੀ ਜ਼ੁਬਾਨ 'ਚੋਂ ਕੋਈ ਨਾ ਕੋਈ ਇਹੋ ਜਿਹੀ ਗੱਲ ਨਿਕਲਦੀ ਆ ਜਿਹੜੀ ਵਿਵਾਦ ਬਣਦੀ ਆ। ਹੁਣ ਲੰਘੇ ਦਿਨੀ ਉਹਨਾਂ ਨੇ ਇੱਕ ਮਹਿਲਾ ਪੱਤਰਕਾਰ ਦੇ ਨਾਲ ਇੱਕ ਬੜੀ ਭੱਦੀ ਸ਼ਬਦਾਵਲੀ ਵਰਤੀ। ਉਹਨਾਂ ਨੂੰ ਮਹਿਲਾ ਪੱਤਰਕਾਰ ਨੂੰ ਇਹ ਕਿਹਾ ਗਿਆ ਕਿ ਤੁਸੀਂ ਮੈਨੂੰ ਇਹ ਪ੍ਰੂਫ ਦਿਓ ਕਿ ਤੁਹਾਡਾ ਪਿਤਾ ਕੌਣ ਹੈ। ਜਿਸ ਤਰੀਕੇ ਨਾਲ ਉਹਨਾਂ ਨੇ ਬੋਲਿਆ ਇਹ ਬੇਹੱਦ ਮੰਦਭਾਗਾ ਹੈ ਔਰ ਇਸ ਦਾ ਆਲੋਚਨਾ ਵੀ ਹਰ ਪਾਸੇ ਹੋ ਰਹੀ ਹੈ। ਕਮਲ ਗੱਲ ਆਪਾਂ ਬੀਜੇਪੀ ਦੇ ਲੀਡਰ ਦੀ ਹਰਜੀਤ ਗਰੇਵਾਲ ਦੀ ਕਰਦੇ ਆ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਹਰਜੀਤ ਗਰੇਵਾਲ ਬਹੁਤ ਸਿਆਣਾ ਸੂਝਵਾਨ ਲੀਡਰ ਮੰਨਿਆ ਜਾਂਦਾ, ਉਹ ਕਿਉਂ ਵਾਰ-ਵਾਰ ਇੰਨਾ ਹਾਈਪਰ ਹੁੰਦਾ, ਆਪਣੀ ਅਜਿਹੀ ਭਾਸ਼ਾ ਦੀ ਵਰਤੋਂ ਕਿਉਂ ਕਰਦਾ ਜਿਹੜੀ ਉਹਦੇ ਮੁਖਾਲਫਤ ਹੁੰਦੀ ਆ, ਜਿਹਦੇ ਕਰਕੇ ਉਹਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਜੇ ਪੰਜਾਬ ਦੇ ਵਿੱਚ ਹੋਰ ਲੀਡਰਾਂ ਦਾ ਵੀ ਵਿਰੋਧ ਹੋ ਰਿਹਾ, ਸਭ ਤੋਂ ਵੱਧ ਹਰਜੀਤ ਗਰੇਵਾਲ ਦਾ ਹੋ ਰਿਹਾ, ਵਾਰ-ਵਾਰ ਉਹ ਪ੍ਰਵੋਕ ਹੋ ਰਿਹਾ। ਮੈਨੂੰ ਕਦੇ-ਕਦੇ ਇਹ ਲੱਗ ਰਿਹਾ ਕਿ ਜਿਹੜੀ ਬੀਜੇਪੀ ਦੀ ਸੋਚ ਆ, ਬੀਜੇਪੀ ਇੱਕ ਏਜੰਡਾ ਲੈ ਕੇ ਚੱਲਦੀ ਹੈ ਕਿ ਫਿਰਕੂ ਰੰਗਤ ਦੇਣੀ ਆ ਜਾਂ ਮਾਹੌਲ ਇਹੋ ਜਿਹਾ ਪੈਦਾ ਕਰਨਾ ਹੈ, ਜਿਹੜੀ ਇਹਨਾਂ ਦੀ ਰੂੜੀਵਾਦੀ ਸੋਚ ਆ, ਫਿਰਕੂ ਰੰਗਤ ਦਿੰਦੀ ਆ ਹਰ ਘਟਨਾ ਨੂੰ ਕਿ ਤਣਾਅ ਰਹੇ, ਆਪਾਂ ਪੋਲਰਾਈਜੇਸ਼ਨ ਉਹ ਇਸ ਢੰਗ ਨਾਲ ਕਰਦੀ ਆ, ਉਸ ਇੱਕ ਲੜੀ ਦਾ ਹਿੱਸਾ। ਮੈਨੂੰ ਇਹੀ ਲੱਗ ਰਿਹਾ ਕਿ ਜਿਹੜੀ ਪਿਛਲੇ ਜਿਹੜਾ ਕਿਸਾਨ ਅੰਦੋਲਨ ਆ ਉਹਦੀ ਆੜ ਹੇਠ ਜਿਹੜੀ ਇਹ ਬੀਜੇਪੀ ਨੇ ਇੱਕ ਸੂਤਰੀ ਏਜੰਡਾ ਤੈਅ ਕਰ ਲਿਆ ਕਿ ਕਿਸਾਨਾਂ ਦੀ ਗੱਲ ਨਾ ਮੰਨੀ ਜਾਵੇ, ਕਿਸਾਨਾਂ ਨੂੰ ਪ੍ਰਵੋਕ ਕੀਤਾ ਜਾਵੇ, ਕਿਸਾਨਾਂ ਨੂੰ ਹੋਰ ਸੜਕਾਂ ਪਰ ਆਉਣ ਦਿੱਤਾ ਜਾਵੇ, ਜਿਹਦੇ ਨਾਲ ਕਿਆ ਹੋਊਗਾ ਕਿ ਪੰਜਾਬ ਦੇ ਲੋਕ ਜਾਂ ਦੇਸ਼ ਦੇ ਲੋਕ ਇੱਕ ਪਾਸੇ ਹੋ ਜਾਣਗੇ, ਕਿਸਾਨ ਇੱਕ ਪਾਸੇ ਹੋ ਜਾਣਗੇ। ਜਿਹੜੀ ਇਸ ਢੰਗ ਨਾਲ ਪੋਲਰਾਈਜੇਸ਼ਨ ਕੀਤੀ ਜਾਵੇ ਕਿ ਕਿਸਾਨਾਂ ਦੇ ਕਰਕੇ ਕੁਝ ਲੋਕ ਦੁਖੀ ਹੋਣਗੇ, ਉਹ ਸਾਨੂੰ ਹੋ ਸਕਦਾ ਕਿ ਉਹ ਬੀਜੇਪੀ ਦੇ ਹੱਕ ਵਿੱਚ ਭੁਗਤ ਜਾਵੇ, ਬੀਜੇਪੀ ਨੂੰ ਵੋਟਾਂ ਦੇ ਵਿੱਚ ਇਹਦਾ ਫਾਇਦਾ ਜਿਹੜਾ ਸਿਆਸੀ ਤੌਰ ਤੇ ਮਿਲ ਸਕਦਾ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਕਿਸਾਨੀ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ। ਮੁਜ਼ੱਫਰਨਗਰ ਜਿਹੜੀ ਮਹਾ ਪੰਚਾਇਤ ਹੋਈ ਹੈ ਕੱਲ, ਉਸ ਦੇ ਵਿੱਚ ਬੇਹੱਦ ਜੋਸ਼ੋ ਖਰੋਸ਼ ਵੇਖਣ ਨੂੰ ਮਿਲਿਆ ਔਰ ਉਸ ਮਹਾ ਪੰਚਾਇਤ ਦਾ ਪ੍ਰਭਾਵ ਯੂਪੀ ਚੋਣਾਂ ਉੱਤੇ ਕਿਸ ਤਰੀਕੇ ਨਾਲ ਪੈ ਸਕਦਾ ਹੈ, ਕੀ ਇਹਨਾਂ ਚੋਣਾਂ ਦੇ ਉੱਤੇ ਮੁਜ਼ੱਫਰਨਗਰ ਵਿੱਚ ਹੋਈ ਮਹਾ ਪੰਚਾਇਤ ਦਾ ਪ੍ਰਭਾਵ ਪਵੇਗਾ ਜਾਂ ਨਹੀਂ, ਔਰ ਜਿਸ ਤਰੀਕੇ ਦੇ ਨਾਲ ਮਹਾ ਪੰਚਾਇਤ ਦੇ ਵਿੱਚ ਠਾਠਾ ਮਾਰਦਾ ਇਕੱਠ ਵੇਖਿਆ ਗਿਆ ਹੈ, ਉਸ ਤੋਂ ਸਾਫ਼ ਇਹ ਜ਼ਾਹਿਰ ਵੀ ਹੋ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨੀ ਸੰਘਰਸ਼ ਨੂੰ ਬੇਸ਼ੱਕ 10 ਮਹੀਨੇ ਜਿਹੜੇ ਨੇ 11 ਮਹੀਨੇ ਜਿਹੜੇ ਨੇ ਪੰਜਾਬ ਦੇ ਵਿੱਚ ਹੋ ਗਏ ਹੋਣ, 9 ਮਹੀਨੇ ਦਿੱਲੀ ਦੀਆਂ ਸਰਹੱਦਾਂ ਤੇ ਹੋ ਗਏ ਹੋਣ, ਪਰ ਉਸ ਤੋਂ ਬਾਵਜੂਦ ਵੀ ਜਿਹੜਾ ਜੋਸ਼ ਹੈ ਉਹ ਕਿਤੇ ਵੀ ਘੱਟ ਨਹੀਂ ਹੈ। ਮਹਾ ਪੰਚਾਇਤ ਦੇ ਬਹੁਤ ਸਾਰੇ ਦ੍ਰਿਸ਼ ਤੁਸੀਂ ਵੀ ਵੇਖੇ ਹੋਣਗੇ ਔਰ ਇਸ ਮਹਾ ਪੰਚਾਇਤ ਦੇ ਬਾਰੇ ਅਸੀਂ ਖਾਸ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ। ਸਰ, ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਕਮਲ ਜੀ। ਸਰ, ਇੱਕ ਲੰਬਾ ਅਰਸਾ ਹੋ ਚੁੱਕਿਆ ਹੈ ਕਿਸਾਨੀ ਸੰਘਰਸ਼ ਜਿਹੜਾ ਹੈ ਬਰਕਰਾਰ ਹੈ, 11 ਮਹੀਨੇ ਪੰਜਾਬ ਤੇ 9 ਮਹੀਨੇ ਦਿੱਲੀ ਦੀਆਂ ਸਰਹੱਦਾਂ ਤੇ, ਪਰ ਇਸ ਸਭ ਦੇ ਬਾਵਜੂਦ ਜੋਸ਼ੋ ਖਰੋਸ਼ ਬਰਕਰਾਰ ਹੈ। ਜਿੱਥੇ ਵੀ ਸੱਦਾ ਦਿੱਤਾ ਜਾਂਦਾ ਹੈ ਜਥੇਬੰਦੀਆਂ ਵੱਲੋਂ, ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਜਿਹੜੇ ਆਗੂ ਨੇ, ਨੁਮਾਇੰਦੇ ਨੇ ਜਾਂ ਜਿਹੜੇ ਵੀ ਸੰਘਰਸ਼ ਦਾ ਹਿੱਸਾ ਬਣੇ ਹੋਏ ਲੋਕ ਨੇ ਵੱਧ ਚੜ ਕੇ ਉੱਥੇ ਪਹੁੰਚਦੇ ਨੇ। ਜਿਸ ਤਰੀਕੇ ਨਾਲ ਕੱਲ ਮੁਜ਼ੱਫਰਨਗਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ, ਉਸ ਨੂੰ ਵੇਖ ਕੇ ਕੀ ਲੱਗਦਾ ਹੈ ਕਿ ਯੂਪੀ ਚੋਣਾਂ ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ ਜਾਂ ਇਸ ਮਹਾ ਪੰਚਾਇਤ ਦਾ ਪ੍ਰਭਾਵ ਕਿਸ ਤਰੀਕੇ ਦੇ ਨਾਲ ਇਸ ਅੰਦੋਲਨ ਦਾ ਜਿਹੜਾ ਰੰਗ ਹੈ ਉਹ ਬਦਲ ਰਿਹਾ ਹੈ? ਕਮਲ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕੱਲ੍ਹ ਦੀ ਉੱਥੇ ਮਹਾ ਪੰਚਾਇਤ ਹੋਈ ਆ, ਉਹਨੇ ਬਹੁਤ ਜ਼ਿਆਦਾ ਲੋਕਾਂ ਦੇ ਭਰਮ ਭੁਲੇਖੇ ਆ ਜਿਹੜੇ ਉਹ ਵੀ ਦੂਰ ਕੀਤੇ ਆ ਤੇ ਇੱਕ ਨਵੀਂ ਮਿਸਾਲ ਆ ਜਿਹੜੀ ਚੇਤਨਾ ਦੀ ਜਿਹੜੀ ਲਹਿਰ ਆ ਉਹਨੂੰ ਹੋਰ ਪ੍ਰਭਾਵੀ ਰੂਪ ਦਿੱਤਾ ਹੈ। ਗੱਲ ਜਿਹੜੀ ਤੁਸੀਂ ਕਹਿ ਰਹੇ ਆ ਕਿ ਯੂਪੀ ਚੋਣਾਂ ਪਰ ਪ੍ਰਭਾਵ ਨਹੀਂ ਪਵੇਗਾ, ਇਹ ਦੇਸ਼ ਦੀ ਰਾਜਨੀਤੀ ਤੇ ਪ੍ਰਭਾਵ ਪਵੇਗਾ। ਤੁਸੀਂ ਕਈ ਵਾਰੀ ਸੁਣਿਆ ਹੋਣਾ
ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਆਗੂ, ਚਾਹੇ ਉਹ ਪੰਜਾਬ ਨਾਲ ਸੰਬੰਧਿਤ ਨੇ, ਹਰਿਆਣੇ ਨਾਲ ਸੰਬੰਧਿਤ ਨੇ, ਦੇਸ਼ ਦੇ ਹੋਰਨਾਂ ਸੂਬਿਆਂ ਨਾਲ ਸੰਬੰਧਿਤ ਨੇ, ਉਹ ਬਾਰ-ਬਾਰ ਗੱਲ ਕਹਿ ਰਹੇ ਨੇ ਕਿ 2022 ਦੀ ਸਭ ਤੋਂ ਪਹਿਲਾਂ ਇਹ ਜਿਹੜੀ ਕਿਸਾਨੀ ਅੰਦੋਲਨ ਆ 2022 ਦੇ ਵਿੱਚ ਇੱਕ ਨਵਾਂ ਰੂਪ ਲੈ ਕੇ ਆਵੇਗਾ। ਉਹ 2022 ਆ ਉਹਦੀ ਇੱਕ ਇਬਾਰਤ ਲਿਖੀ ਜਾਵੇਗੀ। ਉਹ ਤੋਂ ਬਾਅਦ ਫਿਰ ਮਿਸ਼ਨ ਆ ਜਿਹੜਾ 2024 ਸ਼ੁਰੂ ਕੀਤਾ ਜਾਵੇਗਾ। ਤੁਸੀਂ ਇਹ ਗੱਲ ਸਮਝ ਲਓ ਕਿ ਇਹ ਜਿਹੜਾ ਅੰਦੋਲਨ ਆ ਉਹਨੇ 2024 ਦੀਆਂ ਜਿਹੜੀਆਂ ਚੋਣਾਂ ਹੋਣੀਆਂ, ਨਵੀਂ ਸਰਕਾਰ ਬਣਨੀ ਆ 2024 ਦੇ ਵਿੱਚ ਭਾਰਤ ਸਰਕਾਰ, ਉਹਦੀਆਂ ਇੱਕ ਤਰ੍ਹਾਂ ਦੀ ਨਵੀਂ ਜਿਹੜੀ ਸਕ੍ਰਿਪਟ ਆ ਉਹ ਉਦੋਂ ਲਿਖੀ ਜਾਵੇਗੀ। ਇਹ ਗੱਲ ਆ ਜਿਹੜੇ ਕਿਸਾਨ ਨੇਤਾ ਏ, ਕਿਸਾਨਾਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਗਈ ਆ ਕਿ ਭਾਰਤ ਦੀ ਜਿਹੜੀ ਮੌਜੂਦਾ ਸਰਕਾਰ ਆ ਉਹ ਇਹ ਕਾਨੂੰਨਾਂ ਨੂੰ ਰੱਦ ਕਰਨ ਦੇ ਮੂਡ ਵਿੱਚ ਨਹੀਂ, ਨਾ ਹੀ ਉਹ ਕਾਨੂੰਨਾਂ ਨੂੰ ਰੱਦ ਕਰੇਗੀ। ਇਸੇ ਕਰਕੇ ਜਿਹੜੇ ਬੀਜੇਪੀ ਦੇ ਲੀਡਰ ਆ ਉਹ ਵਾਰ-ਵਾਰ ਇਹ ਗੱਲ ਕਹਿ ਚੁੱਕੇ ਨੇ ਕਿ ਇਹ ਕੋਈ ਕਾਨੂੰਨ ਆ ਜਿਹੜੇ ਹੁਣ ਰੱਦ ਨਹੀਂ ਹੋਵੇਗੇ। ਤੁਸੀਂ ਦੇਖਿਆ ਹੋਣਾ ਕਿ ਜਨਵਰੀ 26 ਦੀ ਜਿਹੜੀ ਉਹ ਘਟਨਾ ਹੋਈ ਆ, ਉਹ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਜਾਂ ਕੇਂਦਰ ਦੇ ਮਿਨਿਸਟਰਾਂ ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਵੀ ਕਿਸਾਨਾਂ ਦੇ ਨਾਲ ਜਿਹੜਾ ਸੰਵਾਦ ਆ, ਗੱਲਬਾਤ ਆ, ਉਹ ਠੱਪ ਹੋ ਚੁੱਕੀ ਆ, ਬੰਦ ਹੋ ਚੁੱਕੀ ਆ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਸਰਕਾਰ ਨੂੰ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀਆਂ ਲਿਖੀਆਂ ਨੇ ਕਿ ਉਹ ਗੱਲਬਾਤ ਕਰਨ ਵਾਸਤੇ, ਸੰਵਾਦ ਕਰਨ ਵਾਸਤੇ ਰਾਜੀ ਨੇ, ਗੱਲਬਾਤ ਕੀਤੀ ਜਾਣੀ ਚਾਹੀਦੀ ਆ। ਹਮੇਸ਼ਾ ਜ਼ਿੰਦਗੀ ਦੇ ਵਿੱਚ ਕੋਈ ਵੀ ਵੱਡੀ ਸਮੱਸਿਆ ਆ ਜਾਵੇ, ਕੋਈ ਵੀ ਮੁੱਦਾ ਹੋਵੇ, ਉਹ ਉਦੋਂ ਤੱਕ ਹੱਲ ਨਹੀਂ ਹੁੰਦੇ ਜਦੋਂ ਤੱਕ ਦੋਵੇਂ ਧਿਰਾਂ ਬੈਠ ਕੇ ਟੇਬਲ ਪਰ ਨਹੀਂ ਬੈਠਦੀਆਂ, ਕੋਈ ਗੱਲਬਾਤ ਨਹੀਂ ਕਰਦੀਆਂ। ਇਸ ਕਰਕੇ ਇਹ ਸਮੱਸਿਆ ਦਾ ਹੱਲ ਵੀ ਉਦੋਂ ਹੀ ਹੋ ਸਕਦਾ ਹੈ। ਸੰਭਾਵਨਾ ਹੈ ਕਿ ਜੇ ਦੋਵੇਂ ਧਿਰਾਂ ਦੀ ਜਿਹੜਾ ਦੇ ਵਿੱਚ ਸੰਵਾਦ ਆ ਉਹ ਚੱਲਦਾ ਰਹੇ, ਉਹ ਰੁਕਣਾ ਨਹੀਂ ਚਾਹੀਦਾ। ਇਸੇ ਕਰਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਪਹਿਲ ਕਦਮੀ ਕੀਤੀ ਸੀਗੀ ਤਾਂ ਕਿ ਦੇਸ਼ ਵਾਸੀ ਇਹ ਮਹਿਸੂਸ ਨਾ ਕਰਨ ਕਿ ਕਿਸਾਨ ਆ ਜਿਹੜੇ ਉਹ ਆਪਣੀਆਂ ਮੰਗਾਂ ਪਰ ਅੜਿੱਗ ਨੇ, ਆਪਣੀਆਂ ਗੱਲਾਂ ਮਨਾਉਣ ਵਾਸਤੇ ਸਰਕਾਰ ਦੇ ਗਲ ਗੂਠਾ ਦੇ ਰਹੇ ਨੇ, ਸਰਕਾਰ ਦੀ ਕੋਈ ਗੱਲ ਮੰਨਦੇ ਨਹੀਂ। ਉਹਨਾਂ ਨੂੰ ਇਹ ਵੀ ਇਸ ਗੱਲ ਦਾ ਪਤਾ ਸੀਗਾ ਕਿ ਭਾਰਤ ਸਰਕਾਰ, ਖਾਸ ਕਰਕੇ ਬੀਜੇਪੀ ਦੀ ਲੀਡਰਸ਼ਿਪ ਜਾਂ ਉਹਦੀਆਂ ਸਹਿਯੋਗੀ ਜਥੇਬੰਦੀਆਂ ਇਹ ਪ੍ਰਚਾਰ ਕਰਨਗੀਆਂ ਕਿ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ, ਜਿਹੜੀ ਕਿਸਾਨ ਲੀਡਰਸ਼ਿਪ ਆ ਉਹ ਭੱਜ ਰਹੀ ਹੈ। ਉਹ ਚਿੱਠੀ ਲਿਖ ਕੇ ਕਿਸਾਨ ਆਗੂਆਂ ਨੇ ਸਰਕਾਰ ਦਾ ਮੂੰਹ ਬੰਦ ਕਰ ਦਿੱਤਾ ਹੈ। ਉਹ ਸਰਕਾਰ ਹੁਣ ਬੋਲਣ ਜੋਗੀ ਨਹੀਂ ਰਹੀ। ਹੁਣ ਰਹੀ ਗੱਲ ਮੁਜ਼ੱਫਰਨਗਰ ਦੀ ਰੈਲੀ ਨੇ, ਦੇਖੋ ਇਸ ਰੈਲੀ ਨੇ ਆਪਾਂ ਸ਼ੁਰੂ ਦੇ ਵਿੱਚ ਕਹਿੰਦੇ ਹੁੰਦੇ ਵੀ ਕਿਸਾਨ ਅੰਦੋਲਨ ਨੇ ਬਹੁਤ ਵੱਡਾ ਇੱਕ ਇਤਿਹਾਸ ਸਿਰਜਿਆ ਤੇ ਇਤਿਹਾਸ ਸਿਰਜੇਗੀ ਵੀ। ਹੁਣ ਜਿਹੜੀ ਮੁਜ਼ੱਫਰਨਗਰ ਰੈਲੀ ਆ, ਸਭ ਤੋਂ ਪਹਿਲੀ ਗੱਲ ਤਾਂ ਇਹਨੇ ਇੱਕ ਜਿਹੜੀ ਸਮਾਜਿਕ ਸਾਡੇ ਰਿਸ਼ਤੇ ਆ, ਸਮਾਜਿਕ ਤਾਣੀ ਬਾਣੀ ਉਲਝੀ ਹੋਈ ਸੀ, ਉਹਨੂੰ ਇੱਕ ਬਹੁਤ ਪੀੜੀ ਕੀਤਾ, ਮਜ਼ਬੂਤ ਕੀਤਾ। ਤੁਹਾਡੇ ਯਾਦ ਹੋਵੇਗਾ ਜਦੋਂ ਦੇਸ਼ ਦੇ ਵਿੱਚ ਪਹਿਲਾਂ ਸਰਕਾਰ ਬਣੀ ਉਦੋਂ ਮੁਜ਼ੱਫਰਨਗਰ ਇੱਕ ਦੰਗੇ ਹੋਏ ਸੀਗੇ। ਉਦੋਂ ਉੱਥੋਂ ਤੋਂ ਮੁਜ਼ੱਫਰਨਗਰ ਦੇ ਦੰਗੇ ਸ਼ੁਰੂ ਹੋਏ ਤੇ ਜਿਹਦੀ ਅੱਗ ਤੀ ਹੌਲੀ ਹੌਲੀ ਫਿਰਕੂ ਰੰਗ ਆ ਉਹ ਪੂਰੇ ਦੇਸ਼ ਦੇ ਵਿੱਚ ਰੰਗਿਆ ਗਿਆ ਤਾਂ, ਤੇ ਉਹ ਫਿਰਕੂ ਰੰਗ ਨੇ ਬੀਜੇਪੀ ਦੀ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਸੀਗਾ। ਹੁਣ ਉਹੀ ਮੁਜ਼ੱਫਰਨਗਰ ਸੀਗੇ ਜਿਹਨੇ ਦੇਸ਼ ਦੇ ਵੱਖ-ਵੱਖ ਫਿਰਕਿਆਂ ਤੋਂ, ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਜਾਤਾਂ ਦੇ ਲੋਕ ਜਿਹੜੇ ਕਿਸਾਨ ਤੇ ਉੱਥੇ ਪਹੁੰਚੇ, ਜਿਨ੍ਹਾਂ ਨੂੰ 175 ਦੇ ਕਰੀਬ ਪਿੰਡਾਂ ਦੇ ਵਿੱਚ ਉਹਨਾਂ ਨੂੰ ਥਾਵਾਂ ਦਿੱਤੀਆਂ ਗਈਆਂ ਨੇ। ਆਪਣੇ ਘਰਾਂ ਦੇ ਵਾਸਤੇ ਦਰਵਾਜ਼ੇ ਆ ਜਿਹੜੇ 24 ਘੰਟੇ ਵਾਸਤੇ ਉਹ ਖੋਲ੍ਹ ਦਿੱਤੇ ਗਏ ਨੇ। ਜਿਵੇਂ ਕਿ ਜਦੋਂ ਪੰਜਾਬ ਦੇ ਲੋਕ ਹੁੰਦੇ ਨੇ, ਜੋ ਪੰਜਾਬ ਦੀ ਸੱਭਿਅਤਾ ਹੈ, ਜੋ ਪੰਜਾਬ ਦੇ ਲੋਕਾਂ ਦਾ ਕਰਮ ਤੇ ਧਰਮ ਆ, ਜਿਵੇਂ ਪੰਜਾਬ ਕਿਹਾ ਜਾਂਦਾ ਕਿ ਸੇਵਾ ਕਰਨ ਵਾਸਤੇ ਹਮੇਸ਼ਾ ਅੱਗੇ ਰਹਿੰਦਾ ਹੈ, ਹਰ ਵੇਲੇ ਮਦਦ ਵਾਸਤੇ, ਪੀੜਤਾਂ ਦੀ ਸਹਾਇਤਾ ਲਈ ਪੰਜਾਬ ਦੇ ਲੋਕਾਂ ਨੇ ਆਪਣੇ ਦਰਵਾਜ਼ੇ ਤੇ ਦਿਲ ਦੀਆਂ ਜਿਹੜੀਆਂ ਬਰੂਹਾਂ ਖੋਲ੍ਹ ਕੇ ਰੱਖਦੇ ਨੇ, ਮਦਦ ਲਈ ਅੱਗੇ ਹੁੰਦੇ। ਉਹੀ ਸੇਮ ਸਿਸਟਮ ਆ ਜਿਹੜਾ ਪੰਜਾਬੀਆਂ ਦੀ ਜਿਹੜੀ ਗੱਲ ਆ ਉਹ ਮੁਜ਼ੱਫਰਨਗਰ ਦੇ ਵਿੱਚ ਦੇਖਣ ਨੂੰ ਮਿਲੀ। ਉੱਥੇ ਬਹੁ ਗਿਣਤੀ ਜਿਹੜੇ ਮੁਸਲਮਾਨ ਪਰਿਵਾਰ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ, ਜਾਂ ਜਿਹੜੇ ਵੈਸਟ ਬੰਗਾਲ ਤੋਂ ਆਏ ਤੇ ਜਾਂ ਦੂਜੇ ਸੂਬਿਆਂ ਤੋਂ ਜਿਹੜੇ ਲੋਕ ਆਏ ਤੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਠਹਿਰਾਇਆ, ਰੋਟੀ ਪਾਣੀ ਖਿਲਾਇਆ ਤੇ ਉਹਨਾਂ ਦੀ ਚੰਗੀ ਸੇਵਾ ਪਾਣੀ ਵੀ ਕੀਤੀ। ਉੱਥੇ ਤੇ ਜਿਹੜੀਆਂ ਪਰਿਵਾਰਕ ਤੰਦਾਂ, ਸਮਾਜਿਕ ਤੰਦਾਂ, ਸਮਾਜਿਕ ਰਿਸ਼ਤਿਆਂ ਦੀ ਜਿਹੜੀ ਉਲਝੀ ਹੋਈ ਤਾਣੀ ਸੀ ਉਹਨੂੰ ਮਜ਼ਬੂਤ ਕਰਨ ਦੀ ਇੱਕ ਉੱਥੇ ਤੇ ਜਿਹੜੀ ਨੀਂਹ ਆ ਜਿਹੜੀ ਉਹ ਰੱਖੀ ਗਈ ਆ। ਸਾਡੇ ਰਿਸ਼ਤੇ ਆ, ਜਿਹੜੀ ਸਾਡੀ ਭਾਈਚਾਰਕ ਸਾਂਝ ਆ, ਉਹ ਵੀ ਉੱਥੇ ਤੇ ਇੱਕ ਤਰ੍ਹਾਂ ਦੀ ਮਜ਼ਬੂਤ ਹੋਈ ਆ। ਪਹਿਲੀ ਗੱਲ ਤਾਂ ਇਹ ਹੋਈ ਆ। ਤੇ ਦੂਜੀ ਗੱਲ ਇਹ ਹੋਈ ਹੈ ਕਿ ਜਿਹੜੇ ਲੋਕ ਕਹਿ ਰਹੇ ਤੇ ਕਿ ਕੁਝ ਨਹੀਂ ਪੈਣਾ, ਬਾਰ-ਬਾਰ ਇਹੀ ਗੱਲਾਂ ਕਹੀ ਜਾਂਦਾ, ਇਹ ਪੰਜਾਬ ਵਾਲੇ ਕੁਝ ਕੁ ਲੋਕ ਆ, ਹਰਿਆਣੇ ਵਾਲੇ ਕੁਝ ਕੁ ਲੋਕ ਆ, ਹੁਣ ਉਹਨਾਂ ਨੂੰ ਇਹ ਪਤਾ ਲੱਗਿਆ
ਕਿ ਇਹ ਗੱਲ ਪੰਜਾਬ ਤੇ ਹਰਿਆਣੇ ਦੀ ਨਹੀਂ, ਪੂਰੇ ਮੁਲਕ ਦੇ ਕਿਸਾਨਾਂ ਦੀ ਗੱਲ ਹੋ ਰਹੀ ਆ। ਪੂਰੇ ਮੁਲਕ ਦੇ ਕਿਸਾਨ ਉੱਥੇ ਆਏ ਨੇ, ਜਿਵੇਂ ਕਿ ਆਪਾਂ ਫੋਟੋਆਂ ਦੇਖ ਰਹੇ ਆ, ਜਿਵੇਂ ਚੱਲ ਰਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ, ਜਾਂ ਲੋਕ ਉੱਥੇ ਤੋਂ ਆ ਰਹੇ ਦੱਸ ਰਹੇ ਨੇ, ਉੱਥੇ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਸੀ। ਤੀਜੀ ਗੱਲ ਇਹ ਉੱਥੇ ਸਾਹਮਣੇ ਆਈ ਆ ਕਮਲ, ਕਿ ਉੱਥੇ ਕੁਝ ਕੁ ਬੰਦੇ ਆ ਜਿਹੜੇ ਸਾਸ਼ ਕਰਨ ਵਾਸਤੇ ਪਹੁੰਚੇ ਵੀ ਸੀਗੇ, ਜਿਨ੍ਹਾਂ ਨੂੰ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਜਾਂ ਟਕੈਤ ਉਹਨਾਂ ਨੇ ਉੱਪਰ ਤੇ ਫਿਰ ਘੂਰਿਆ ਵੀ ਆ, ਤੇ ਉਹਨਾਂ ਨੂੰ ਤਾੜਨਾ ਵੀ ਦਿੱਤੀ ਹੈ ਕਿ ਜੇਕਰ ਖੁੱਲ੍ਹੋਗੀ ਤੁਹਾਡੀ ਇੱਥੇ ਤੇ ਕੁਝ ਲੱਭਣਾ ਨਹੀਂ ਹੈਗਾ। ਉੱਥੇ ਐਡਾ ਵੱਡਾ ਇਕੱਠ ਹੋਵੇ ਪਰ ਸ਼ਾਂਤੀਪੂਰਵਕ ਢੰਗ ਨਾਲ ਐਡੀ ਵੱਡੀ ਰੈਲੀ ਨੇ ਸਿਰੇ ਚੜ੍ਹਨਾ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਿਸਾਲ ਆ। ਚੌਥੀ ਗੱਲ ਜਿਹੜੀ ਹੁਣ ਤੱਕ ਹੋ ਸਕਦਾ ਕਦੇ ਚਰਚਾ ਵਿੱਚ ਵੀ ਨਹੀਂ ਆਈ, ਉਹ ਮੈਂ ਇਹ ਦੱਸਣੀ ਚਾਹੁੰਦਾ ਕਿ ਜਦੋਂ ਭਾਰਤ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਸੀ, ਉਹ ਤੇ ਪਹਿਲਾਂ ਕਰਪਸ਼ਨ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਸੀਗਾ, ਤੇ ਇੱਕ ਮਹਿੰਗਾਈ ਨੂੰ ਲੈ ਕੇ ਮੁੱਦਾ ਬਣਿਆ ਹੋਇਆ। ਦੋ ਮੁੱਦੇ ਸੀਗੇ, ਇੱਕ ਕਰਪਸ਼ਨ ਤੇ ਇੱਕ ਮਹਿੰਗਾਈ। ਤਾਂ ਦੇਸ਼ ਦੇ ਵਿੱਚ ਅੰਨਾ ਹਜ਼ਾਰਾ ਜੀ ਨੇ ਅੰਦੋਲਨ ਸ਼ੁਰੂ ਕੀਤਾ। ਉਹ ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਤਾਂ ਪੂਰੇ ਦੇਸ਼ ਵਿੱਚ ਐਡੇ ਵੱਡੇ ਪੱਧਰ ਤੇ ਫੈਲਿਆ। ਉਹ ਲੋਕ ਆ ਜਿਹੜੇ, ਉਹਨਾਂ ਦੇ ਮਨਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਜਿਹੜੀ 10 ਸਾਲਾਂ ਦੀ ਸਰਕਾਰ ਸੀ, ਯੂਪੀਏ ਦੀ ਸਰਕਾਰ ਸੀ, ਉਹਦੇ ਖਿਲਾਫ ਲੋਕਾਂ ਦੇ ਵਿੱਚ ਇੱਕ ਗੁੱਸਾ ਰੋਹ ਬਹੁਤ ਪ੍ਰਚੰਡ ਹੋਇਆ। ਲੋਕ ਸਰਕਾਰ ਦੇ ਖਿਲਾਫ ਸੜਕਾਂ ਪਰ ਉਤਰਨ ਲੱਗੇ। ਉਹ ਜਿਹੜਾ ਅੰਨਾ ਹਜ਼ਾਰੇ ਦਾ ਅੰਦੋਲਨ ਤਾਂ ਉਹ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਤਾਬੂਤ ਦੇ ਵਿੱਚ ਆਪਾਂ ਕਿੱਲ ਕਹਿ ਸਕਦਾ ਵੀ ਉਸ ਅੰਨਾ ਹਜ਼ਾਰੇ ਅੰਦੋਲਨ ਨੇ ਕਿੱਲ ਠੋਕਿਆ। ਉਹ ਤੋਂ ਬਾਅਦ ਨਾਲ ਦੀ ਨਾਲ ਜਿਹੜੀ ਬੀਜੇਪੀ ਤੀ ਜਾਂ ਆਰਐਸਐਸ ਦੀ ਜਿਹੜੇ ਸੰਘੀ ਸੀਗੇ, ਉਹਨਾਂ ਨੇ ਉਸ ਅੰਦੋਲਨ ਦਾ ਸਹਾਰਾ ਲੈ ਕੇ ਆਪਣੇ ਬੰਦੇ ਭੇਜ ਕੇ ਜਿੱਥੇ ਅੰਦੋਲਨ ਨੂੰ ਭਕਾਈ ਰੱਖਿਆ, ਉੱਥੇ ਨਾਲ ਦੀ ਨਾਲ ਤੁਹਾਡੇ ਯਾਦ ਹੋਵੇਗਾ ਕਿ ਖਾਲੀ ਸਿਲੰਡਰ ਸਿਰਾਂ ਪਰ ਰੱਖ ਕੇ ਇਹਨਾਂ ਦੇ ਬੀਜੇਪੀ ਦੇ ਵੱਡੇ ਆਗੂ ਜਿਹੜੇ ਕਿ ਹੁਣ ਸਰਕਾਰ ਦੇ ਵਿੱਚ ਮੰਤਰੀ ਵੀ ਆ, ਉਹ ਸੜਕਾਂ ਪਰ ਉਤਰਦੇ ਰਹੇ ਨੇ। ਬਹੁਤ ਸਾਰੇ ਉਹ ਆਗੂ, ਖਾਸ ਕਰਕੇ ਮਹਿਲਾਵਾਂ, ਜਿਨ੍ਹਾਂ ਨੇ ਆਪਣੀਆਂ ਸਬਜ਼ੀਆਂ ਦੇ, ਫਲਾਂ ਦੇ ਜਾਂ ਹਾਰ ਬਣਾ ਆਪਣੇ ਗਲਾਂ ਦੇ ਵਿੱਚ ਪਾ ਕੇ ਸੜਕਾਂ ਪਰ ਉਤਰ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਖਾਸ ਕਰਕੇ ਹਰਿਆਣੇ ਦੇ ਕੋਈ ਮੰਤਰੀ ਆ, ਉਹਨਾਂ ਦੀ ਹੁਣ ਵੀ ਥੋੜ੍ਹੇ ਕੁ ਦਿਨਾਂ ਬਾਅਦ ਜਿਹੜੀ ਵੀਡੀਓ ਵਾਇਰਲ ਹੋ ਜਾਂਦੀ ਹੈ ਮਹਿੰਗਾਈ ਨੂੰ ਲੈ ਕੇ, ਜਿਨ੍ਹਾਂ ਨੇ ਖਾਲੀ ਸਿਲੰਡਰ ਰੱਖਿਆ ਹੋਇਆ। ਇਸ ਕਰਕੇ ਹੁਣ ਮਹਿੰਗਾਈ ਆ ਜਿਹੜੀ ਉਦੋਂ ਦੇ ਨਾਲ ਜ਼ਿਆਦਾ ਵਧੀ ਹੋਈ ਆ। ਸਿਲੰਡਰ ਤੁਸੀਂ ਪਿਛਲੇ ਮਹੀਨੇ ਦੇ ਵਿੱਚ 3 ਵਾਰੀ ਮਤਲਬ 25-25 ਰੁਪਏ ਕਰਕੇ ਵਧਿਆ ਪਿਛਲੇ ਮਹੀਨੇ ਦੇ ਵਿੱਚ। ਇਸੇ ਕਰਕੇ ਜਿਹੜੀ ਉਹ ਆਪਣਾ ਪੈਟਰੋਲ ਆ ਜਾਂ ਡੀਜ਼ਲ ਆ, ਉਹ ਵੀ 100 ਦਾ ਅੰਕੜਾ ਜਿਹੜਾ ਪਾਰ ਕਰ ਚੁੱਕਿਆ ਹੈ। ਇਸੇ ਕਰਕੇ ਜਿਹੜੀ ਬਾਕੀ ਦੀ ਮਹਿੰਗਾਈ ਆ ਉਹ ਵੀ ਲਗਾਤਾਰ ਵਧ ਰਹੀ ਹੈ। ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਹੈ। ਲੋਕ ਜਦੋਂ ਸੜਕਾਂ 'ਤੇ ਆਉਣਗੇ ਤਾਂ ਫਿਰ ਪਤਾ ਲੱਗੂਗਾ। ਹੁਣ ਜਿਹੜੀ ਗੱਲ ਮੈਂ ਅੰਨਾ ਹਜ਼ਾਰੇ ਦੇ ਨਾਲ ਜੋੜ ਕੇ ਇਸ ਕਰਕੇ ਕਹਿ ਰਿਹਾ, ਉਦੋਂ ਅੰਨਾ ਹਜ਼ਾਰੇ ਦੇ ਅੰਦੋਲਨ ਨੇ ਸਰਕਾਰ ਦੀ ਜਿਹੜੀ ਤਬੂਤ ਆ ਉਹਦੇ ਵਿੱਚ ਕਿੱਲ ਠੋਕਿਆ, ਤਾਂ ਹੁਣ ਸੇਮ ਦੇਸ਼ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਹ 2024 ਦੇ ਵਿੱਚ ਮੋਦੀ ਸਰਕਾਰ ਦੀ ਤਬੂਤ ਵਿੱਚ ਕਿੱਲ ਠੋਕਿਆ ਜਾਵੇਗਾ। ਉਹ ਅੰਦੋਲਨ ਆ ਜਿਹੜਾ ਕਿਸਾਨਾਂ ਨੇ, ਜਿਵੇਂ ਗੱਲ ਕਹੀ ਹੈ ਕਿ ਪਹਿਲਾ ਮਿਸ਼ਨ 2022, ਉਹ 2022 ਦਾ ਜਿਹੜਾ ਮਿਸ਼ਨ ਆ ਇਕੱਲੇ ਯੂਪੀ ਵਾਸਤੇ ਨਹੀਂ, ਤੁਸੀਂ ਜਿਹੜੀ ਗੱਲ ਯੂਪੀ ਦੀ ਕੀਤੀ ਸੀ, ਤੇ ਨਾਲ ਦੀ ਨਾਲ ਉਹ ਪੰਜਾਬ ਸਰਕਾਰ ਨੂੰ ਵੀ ਸਬਕ ਸਿਖਾਏਗਾ। ਇਹਨੇ ਪੰਜਾਬ ਦਾ ਵੀ ਨਵਾਂ ਅਧਿਆਇ ਲਿਖਣਾ ਤੇ ਯੂਪੀ ਦਾ ਵੀ ਨਵਾਂ ਅਧਿਆਇ ਲਿਖਣਾ। ਦੋਨੇ ਸੂਬਿਆਂ ਵਾਸਤੇ ਜਿਹੜਾ ਇਹ ਅੰਦੋਲਨ ਕਿਸਾਨੀ ਚੱਲਿਆ ਹੋਇਆ, ਇਹਨਾਂ ਦੋਵਾਂ ਪੰਜਾਬ ਤੇ ਹਰਿਆਣਾ ਨੂੰ ਸਬਕ ਸਿਖਾਏਗਾ। ਕਿਆ ਨਵਾਂ ਬਿਰਤਾਂਤ ਸਾਹਮਣੇ ਆਵੇਗਾ, ਕਿਆ ਨਵੀਂ ਸਕ੍ਰਿਪਟ ਲਿਖੀ ਜਾਏਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹ ਠੀਕ ਹੈ ਕਿ 2022 ਪੰਜਾਬ ਵਾਸਤੇ ਵੀ ਤੇ ਯੂਪੀ ਵਾਸਤੇ ਵੀ ਬਹੁਤ ਚੁਣੌਤੀਆਂ ਭਰਿਆ ਹੋਵੇਗਾ। ਜਿਵੇਂ ਕਿ ਕਿਸਾਨ ਆਗੂਆਂ ਨੇ ਉੱਥੇ ਕਿਹਾ ਕਿ ਅਸੀਂ ਕਿਸਾਨ ਯੂਨੀਅਨਾਂ ਜਿਹੜੀਆਂ ਕਿਸਾਨ ਅੰਦੋਲਨ ਦੇ ਆਪਣਾ ਕਾਇਮ ਰੱਖੂਗੀ, ਅੰਦੋਲਨ ਲੜੇਗੀ, ਪਰ ਸਿਆਸਤ ਨਹੀਂ ਕਰੇਗੀ, ਚੋਣਾਂ ਨਹੀਂ ਲੜੇਗੀ, ਪਰ ਵੋਟ ਦੀ ਚੋਟ ਨਾਲ ਆਪਣਾ ਜਿਹੜੇ ਕਾਨੂੰਨ ਆ ਉਹਨੂੰ ਬਦਲਾਏਗੀ। ਉਹਨਾਂ ਨੇ ਸਿੱਧੀ ਚੁਣੌਤੀ ਦਿੱਤੀ ਆ ਕਿ ਵੋਟ ਦੀ ਚੋਟ ਦਾ ਮਤਲਬ, ਜੇਕਰ ਸਰਕਾਰਾਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੇ ਹੱਕ 'ਚ ਨਾ ਭੁਗਤੀਆਂ ਤਾਂ ਇਹ ਵੋਟਾਂ ਜਿਹੜੀਆਂ ਕਿਸਾਨ ਆ ਸਰਕਾਰ ਦਾ ਵਿਰੋਧ ਕਰਨਗੇ। ਇਹ ਚੁਣੌਤੀ ਆ ਜਿਹੜੀ ਜੋਗੀ ਸਰਕਾਰ ਨੂੰ ਵੀ ਭੁਗਤਣੀ ਪੈ ਸਕਦੀ ਹੈ ਤੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਭੁਗਤਣੀ ਪੈ ਸਕਦੀ ਹੈ। 2022 ਤੋਂ ਬਾਅਦ ਫਿਰ ਉਹਨਾਂ ਦਾ ਅਗਲਾ ਨਿਸ਼ਾਨਾ 2024 ਹੋ ਗਿਆ। ਇਸ ਕਰਕੇ ਜਿਹੜੀ ਮੁਜ਼ੱਫਰਨਗਰ ਦੀ ਰੈਲੀ ਆ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹੱਤਤਾ ਜਿਹੜੀ ਰੱਖ ਰਹੀ ਹੈ ਤੇ 27 ਤਰੀਕ ਨੂੰ ਉਹਨਾਂ ਨੇ ਭਾਰਤ ਬੰਦ ਦਾ ਸੱਦਾ ਵੀ ਦਿੱਤਾ। ਠੀਕ ਆ ਵੀ ਹੁਣ ਉਹਨਾਂ ਨੇ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਊਗਾ ਵੀ 2 ਘੰਟੇ ਵਾਸਤੇ ਬੰਦ ਕਰਨਾ ਕਿ 4 ਘੰਟੇ ਵਾਸਤੇ ਬੰਦ ਕਰਨਾ, ਕਿਉਂਕਿ ਪੂਰਾ ਦਿਨ ਬੰਦ ਕਰਨਾ। ਪਰ ਉਹਨਾਂ ਨੇ 27 ਤਰੀਕ ਦੀ ਭਾਰਤ ਬੰਦ ਦੀ ਕਾਲ ਦਿੱਤੀ। ਉਸ ਜਿਹੜਾ ਬੰਦ ਆ ਪਿਛਲੇ ਦਿਨਾਂ ਦੇ ਦੌਰਾਨ ਵੀ ਜਿੰਨੇ ਵੀ ਉਹਨਾਂ ਨੇ ਕਾਲ ਦਿੱਤੀ ਆ, ਜੋ ਵੀ ਕਾਲ ਦਿੱਤੀ ਆ ਕਿਸਾਨ ਯੂਨੀਅਨ ਨੇ,
ਉਹ ਪੂਰੀ ਤਰ੍ਹਾਂ ਕਾਮਯਾਬ ਰਹੀ ਆ। ਇਸੇ ਕਰਕੇ ਜਿਹੜੀ 27 ਤਰੀਕ ਦੀ ਕਾਲ ਆ ਉਹ ਵੀ ਕਾਮਯਾਬ ਰਹੇਗੀ। ਹੁਣ ਇਹ ਸਥਿਤੀ ਕਲੀਅਰ ਕਰਨਗੇ ਕਿ 2 ਘੰਟਿਆਂ ਵਾਸਤੇ ਪੰਜਾਬ ਬੰਦ ਕਰਨਾ ਹੈ, ਇਕੱਲੇ ਸਿਰਫ ਰੋਡ ਜਾਮ ਕਰਨੇ ਆ ਕਿ ਬਾਜ਼ਾਰ ਵੀ ਬੰਦ ਕਰਨੇ ਆ, ਕਿਆ ਉਹਨਾਂ ਦਾ ਰੋਲ ਹੋਊਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਵੇਗਾ। ਫਿਲਹਾਲ ਆ ਜਿਹੜੀ ਮੁਜ਼ੱਫਰਨਗਰ ਦੀ ਰੈਲੀ ਨੇ ਇੱਕ ਨਵਾਂ ਜਿਹੜਾ ਅਧਿਆਇ ਆ ਉਹ ਲਿਖਿਆ। ਸਰ ਮੁਜ਼ੱਫਰਨਗਰ ਰੈਲੀ ਦੀ ਆਪਾਂ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਕਿਸਾਨੀ ਸੰਘਰਸ਼ ਹੈ ਰੰਗ ਫੜਦਾ ਜਾ ਰਿਹਾ ਔਰ ਕਿਸਾਨੀ ਅੰਦੋਲਨ ਨੂੰ ਮੁਜ਼ੱਫਰਨਗਰ ਵਾਲੀ ਰੈਲੀ ਨੇ ਇੱਕ ਵੱਖਰਾ ਜਿਹੜਾ ਰੰਗ ਹੈ ਉਹ ਦਿੱਤਾ ਹੈ। ਪਰ ਦੂਜੇ ਪਾਸੇ ਜੇ ਭਾਜਪਾ ਆਗੂਆਂ ਦੀ ਗੱਲ ਕਰੀਏ, ਕਿਉਂਕਿ ਬਹੁਤ ਸਾਰੇ ਭਾਜਪਾ ਆਗੂ ਨੇ ਜਿਹੜੇ ਭਾਜਪਾ ਤੋਂ ਅਲਵਿਦਾ ਵੀ ਕਹਿ ਚੁੱਕੇ ਨੇ ਭਾਜਪਾ ਨੂੰ, ਕਿਸਾਨੀ ਸੰਘਰਸ਼ ਨੂੰ ਵੇਖਦੇ ਹੋਏ, ਕਿਸਾਨੀ ਰੋਹ ਨੂੰ ਵੇਖਦੇ ਹੋਏ। ਪਰ ਹਰਜੀਤ ਗਰੇਵਾਲ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਨੇ ਕਿ ਜਦੋਂ ਵੀ ਉਹਨਾਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਜਾਂਦੀ ਆ ਤੇ ਉਹਨਾਂ ਦਾ ਜਿੱਦਾਂ ਮੁਰਦਾ ਬੋਲੂ ਖੱਫਣ ਪਾੜੂ ਵਾਲੀ ਕਹਾਵਤ ਆ ਨਾ, ਉਹ ਉਹਨਾਂ ਦੇ ਬਿਲਕੁਲ ਫਿੱਟ ਬੈਠਦੀ ਹੈ ਕਿ ਜਦੋਂ ਵੀ ਉਹਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਜਾਂਦੀ ਹੈ ਕਿਸਾਨੀ ਸੰਘਰਸ਼ ਨੂੰ ਲੈ ਕੇ ਤਾਂ ਉਹਨਾਂ ਦੀ ਜ਼ੁਬਾਨ ਚੋਂ ਕੋਈ ਨਾ ਕੋਈ ਇਹੋ ਜਿਹੀ ਗੱਲ ਨਿਕਲਦੀ ਆ ਜਿਹੜੀ ਵਿਵਾਦ ਬਣਦੀ ਆ। ਹੁਣ ਲੰਘੇ ਦਿਨੀ ਉਹਨਾਂ ਨੇ ਇੱਕ ਮਹਿਲਾ ਪੱਤਰਕਾਰ ਦੇ ਨਾਲ ਇੱਕ ਬੜੀ ਭੱਦੀ ਸ਼ਬਦਾਵਲੀ ਵਰਤੀ। ਉਹਨਾਂ ਨੂੰ ਮਹਿਲਾ ਪੱਤਰਕਾਰ ਨੂੰ ਇਹ ਕਿਹਾ ਗਿਆ ਕਿ ਤੁਸੀਂ ਮੈਨੂੰ ਇਹ ਪ੍ਰੂਫ ਦਿਓ ਕਿ ਤੁਹਾਡਾ ਪਿਤਾ ਕੌਣ ਹੈ। ਜਿਸ ਤਰੀਕੇ ਨਾਲ ਉਹਨਾਂ ਨੇ ਬੋਲਿਆ ਇਹ ਬੇਹੱਦ ਮੰਦਭਾਗਾ ਹੈ ਔਰ ਇਸ ਦਾ ਆਲੋਚਨਾ ਵੀ ਹਰ ਪਾਸੇ ਹੋ ਰਹੀ ਹੈ। ਕਮਲ, ਗੱਲ ਆਪਾਂ ਬੀਜੇਪੀ ਦੇ ਲੀਡਰ ਦੀ ਹਰਜੀਤ ਗਰੇਵਾਲ ਦੀ ਕਰਦੇ ਆ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਹਰਜੀਤ ਗਰੇਵਾਲ ਬਹੁਤ ਸਿਆਣਾ ਸੂਝਵਾਨ ਲੀਡਰ ਮੰਨਿਆ ਜਾਂਦਾ, ਉਹ ਕਿਉਂ ਵਾਰ-ਵਾਰ ਇੰਨਾ ਹਾਈਪਰ ਹੁੰਦਾ, ਆਪਣੀ ਅਜਿਹੀ ਭਾਸ਼ਾ ਦੀ ਵਰਤੋਂ ਕਿਉਂ ਕਰਦਾ ਜਿਹੜੀ ਉਹਦੇ ਮੁਖਾਲਫਤ ਹੁੰਦੀ ਆ, ਜਿਹਦੇ ਕਰਕੇ ਉਹਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਹੁਣ ਜਦੋਂ ਕੱਲ ਉਹਨੇ ਇੱਕ ਜਿਹੜੀ ਮਹਿਲਾ ਐਂਕਰ ਆ, ਮਹਿਲਾ ਰਿਪੋਰਟਰ, ਉਹਨਾਂ ਜੋ ਸਭ ਤੋਂ ਉਹਨੇ ਸ਼ਬਦਾਵਲੀ ਵਰਤੀ। ਸਭ ਤੋਂ ਪਹਿਲਾਂ ਅਸੀਂ ਮਤਲਬ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਸ ਗੱਲ ਦਾ ਵਿਰੋਧ ਕੀਤਾ ਤੇ ਇਸ ਗੱਲ ਦੀ ਨਿੰਦਾ ਕੀਤੀ। ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੀਆਂ ਜਿਹੜੀਆਂ ਹੋਰ ਜਥੇਬੰਦੀਆਂ ਜਾਂ ਹੋਰ ਆਗੂ ਆ, ਉਹਨਾਂ ਨੇ ਵੀ ਆਪਣਾ ਵਿਰੋਧ ਦਰਜ ਕਰਵਾਇਆ ਤੇ ਕੰਡੈਮ ਕੀਤਾ ਉਸਦੀ ਭਾਸ਼ਾ ਨੂੰ। ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਉਹਨੇ ਇੱਕ ਜਿਹੜੀ ਲੇਡੀਜ਼ ਪੱਤਰਕਾਰ ਨੇ, ਜਰਨਲਿਸਟ ਨੇ, ਉਹਦੇ ਨਾਲ ਇਹ ਭਾਸ਼ਾ ਵਰਤੀ। ਵਾਈ ਦੀ ਵੇ ਦੂਜੇ ਪਾਸੇ ਜੈਂਟਸ ਪੱਤਰਕਾਰੀ ਹੁੰਦਾ, ਉਹ ਉਹਨਾਂ ਨੂੰ ਸਵਾਲ ਕਰਦਾ ਤਾਂ ਉਹਨਾਂ ਨਾਲ ਵੀ ਅਜਿਹੀ ਭਾਸ਼ਾ ਕਿਉਂ ਵਰਤਦਾ। ਮੈਨੂੰ ਲੱਗਦਾ ਵੀ ਉਹਨਾਂ ਨੂੰ ਅਜਿਹੀ ਭਾਸ਼ਾ ਤੋਂ ਪਰਹੇਜ਼ ਕਰਨਾ ਚਾਹੀਦਾ ਸੀਗਾ। ਇਹ ਉਹਨਾਂ ਦਾ ਰਾਈਟ ਆ, ਪੈਰੋਗੇਟਿਵ ਹੈਗਾ ਕਿ ਜੇ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਉਹਨਾਂ ਨੇ ਉਹਦਾ ਜਵਾਬ ਦੇਣਾ ਜਾਂ ਨਹੀਂ ਦੇਣਾ। ਜੇ ਉਹਨੂੰ ਨਹੀਂ ਚੰਗਾ ਲੱਗਦਾ ਉਹ ਕਹਿ ਸਕਦਾ ਵੀ ਨੋ ਕਮੈਂਟਸ, ਜਾਂ ਕਹਿ ਸਕਦਾ ਵੀ ਸਾਡੀ ਪਾਰਟੀ ਦਾ ਜੋ ਫੈਸਲਾ ਅਸੀਂ ਉਸ ਫੈਸਲੇ ਦੇ ਮੁਤਾਬਕ ਜਿਹੜੀ ਗੱਲ ਆ ਉਹ ਕੀਤੀ ਜਾਵੇਗੀ। ਉਹ ਗੱਲ ਨੂੰ ਗੋਲ ਮੋਲ ਵੀ ਕਰ ਸਕਦਾ, ਪਰ ਉਹਦੀ ਜਿਹੜੀ ਭਾਸ਼ਾ ਇੱਕ ਬਤੌਰ ਪੱਤਰਕਾਰ ਦੇ ਪ੍ਰਤੀ ਜਿਹੜੀ ਉਹਨੇ ਭਾਸ਼ਾ ਵਰਤੀ ਆ ਉਹ ਬਹੁਤ ਨਿੰਦਣਯੋਗ ਆ। ਇਸੇ ਕਰਕੇ ਵਾਰ-ਵਾਰ ਉਹਨਾਂ ਦਾ ਵਿਰੋਧ ਹੋ ਰਿਹਾ। ਜੇ ਪੰਜਾਬ ਦੇ ਵਿੱਚ ਹੋਰ ਲੀਡਰਾਂ ਦਾ ਵੀ ਵਿਰੋਧ ਹੋ ਰਿਹਾ, ਸਭ ਤੋਂ ਵੱਧ ਹਰਜੀਤ ਗਰੇਵਾਲ ਦਾ ਹੋ ਰਿਹਾ। ਵਾਰ-ਵਾਰ ਉਹ ਪ੍ਰਵੋਕ ਹੋ ਰਿਹਾ। ਮੈਨੂੰ ਕਦੇ-ਕਦੇ ਇਹ ਲੱਗ ਰਿਹਾ ਕਿ ਜਿਹੜੀ ਬੀਜੇਪੀ ਦੀ ਸੋਚ ਆ, ਬੀਜੇਪੀ ਇੱਕ ਏਜੰਡਾ ਲੈ ਕੇ ਚੱਲਦੀ ਆ ਕਿ ਫਿਰਕੂ ਰੰਗਤ ਦੇਣੀ ਆ ਜਾਂ ਮਾਹੌਲ ਇਹੋ ਜਿਹਾ ਪੈਦਾ ਕਰਨਾ। ਜਿਹੜੀ ਇਹਨਾਂ ਦੀ ਰੂੜੀਵਾਦੀ ਸੋਚ ਆ, ਫਿਰਕੂ ਰੰਗਤ ਦਿੰਦੀ ਆ ਹਰ ਘਟਨਾ ਨੂੰ ਕਿ ਤਣਾਅ ਰਹੇ, ਆਪਾਂ ਪੋਲਰਾਈਜੇਸ਼ਨ ਉਹ ਇਸ ਢੰਗ ਨਾਲ ਕਰਦੀ ਆ। ਉਸ ਇੱਕ ਲੜੀ ਦਾ ਹਿੱਸਾ ਮੈਨੂੰ ਇਹੀ ਲੱਗ ਰਿਹਾ ਕਿ ਜਿਹੜੀ ਪਿਛਲੇ ਜਿਹੜਾ ਕਿਸਾਨ ਅੰਦੋਲਨ ਆ ਉਹਦੀ ਆੜ ਹੇਠ ਜਿਹੜੀ ਇਹ ਬੀਜੇਪੀ ਨੇ ਇੱਕ ਸੂਤਰੀ ਏਜੰਡਾ ਤੈਅ ਕਰ ਲਿਆ ਕਿ ਕਿਸਾਨਾਂ ਦੀ ਗੱਲ ਨਾ ਮੰਨੀ ਜਾਵੇ, ਕਿਸਾਨਾਂ ਨੂੰ ਪ੍ਰਵੋਕ ਕੀਤਾ ਜਾਵੇ, ਕਿਸਾਨਾਂ ਨੂੰ ਹੋਰ ਸੜਕਾਂ ਪਰ ਆਉਣ ਦਿੱਤਾ ਜਾਵੇ, ਜਿਹਦੇ ਨਾਲ ਕਿਆ ਹੋਊਗਾ ਕਿ ਪੰਜਾਬ ਦੇ ਲੋਕ ਜਾਂ ਦੇਸ਼ ਦੇ ਲੋਕ ਇੱਕ ਪਾਸੇ ਹੋ ਜਾਣਗੇ, ਕਿਸਾਨ ਇੱਕ ਪਾਸੇ ਹੋ ਜਾਣਗੇ। ਜਿਹੜੀ ਇਸ ਢੰਗ ਨਾਲ ਪੋਲਰਾਈਜੇਸ਼ਨ ਕੀਤੀ ਜਾਵੇ ਕਿ ਕਿਸਾਨਾਂ ਦੇ ਕਰਕੇ ਕੁਝ ਲੋਕ ਦੁਖੀ ਹੋਣਗੇ, ਉਹ ਸਾਨੂੰ ਹੋ ਸਕਦਾ ਕਿ ਉਹ ਬੀਜੇਪੀ ਦੇ ਹੱਕ ਵਿੱਚ ਭੁਗਤ ਜਾਵੇ, ਬੀਜੇਪੀ ਨੂੰ ਵੋਟਾਂ ਦੇ ਵਿੱਚ ਇਹਦਾ ਫਾਇਦਾ ਜਿਹੜਾ ਸਿਆਸੀ ਤੌਰ ਤੇ ਮਿਲ ਸਕਦਾ। ਇਹੀ ਕਾਰਨ ਆ ਕਿ ਬਾਰ-ਬਾਰ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਉਹ ਕਿਸਾਨਾਂ ਨੂੰ ਬਹੁਤ ਪ੍ਰਵੋਕ ਕਰਦੀ ਆ, ਕਿਸਾਨਾਂ ਦੇ ਖਿਲਾਫ ਬੋਲਦੀ ਆ। ਉਹਨੂੰ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਹਿੰਦੂ ਆ ਜਾਂ ਜਿਹੜਾ ਦੂਜੇ ਵਰਗਾਂ ਦੇ ਲੋਕ ਨੇ ਜਿਹੜੇ ਕਿਸਾਨ ਨਹੀਂ, ਉਹ ਕਿਤੇ ਨਾ ਕਿਤੇ ਬੀਜੇਪੀ ਦੇ ਝੰਡੇ ਹੇਠ ਇਕੱਠੇ ਹੋ ਸਕਦੇ ਨੇ ਜਾਂ ਬੀਜੇਪੀ ਨੂੰ ਵੋਟਾਂ ਪਾ ਸਕਦੇ ਨੇ, ਬੀਜੇਪੀ ਦੀ ਗੱਲ ਕਰ ਸਕਦੇ ਨੇ। ਇਸੇ ਸੋਚ ਦੇ ਵਾਸਤੇ ਜਿਹੜੀ ਵਾਰ-ਵਾਰ ਬੀਜੇਪੀ ਦੇ ਲੀਡਰ ਨੇ ਉਸ ਪਾਸੇ ਵੱਲ ਵਧ ਰਿਹਾ। ਇਹ ਚੰਗੀ ਗੱਲ ਨਹੀਂ। ਜਿਹੜੀ ਭਾਸ਼ਾ ਹੈ ਹਰੇਕ ਲੀਡਰ ਨੂੰ, ਚਾਹੇ ਉਹ ਬੀਜੇਪੀ ਦੇ ਹੋਣ, ਚਾਹੇ ਉਹ ਕਾਂਗਰਸ ਦੇ ਹੋਣ, ਚਾਹੇ ਅਕਾਲੀ ਦਲ ਦੇ ਹੋਣ, ਚਾਹੇ ਕਾਂਗਰਸ ਦੇ ਹੋਣ, ਜਾਂ ਆਮ ਆਦਮੀ ਪਾਰਟੀ ਦੇ ਹੋਵੇ, ਜਾਂ ਕਿਸੇ ਹੋਰ ਵਿਚਾਰਧਾਰਾ ਨਾਲ ਸੰਬੰਧਿਤ ਪਾਰਟੀ ਦੇ ਆਗੂ ਹੋਣ, ਲੋਕ ਹੋਣ, ਕੋਈ ਨੁਮਾਇੰਦੇ ਹੋਣ, ਉਹਨਾਂ ਨੂੰ ਆਪਣੀ ਜਿਹੜੀ ਭਾਸ਼ਾ ਹੈ, ਆਪਣੀ ਸ਼ਬਦਾਵਲੀ ਆ, ਆਪਣੀ ਜਿਹੜੀ ਸ਼ੈਲੀ ਆ ਉਹ ਚੰਗੀ ਵਰਤਣੀ ਚਾਹੀਦੀ ਆ। ਉਹ ਚਾਹੇ ਮਹਿਲਾ ਪੱਤਰਕਾਰ ਹੋਵੇ, ਚਾਹੇ ਜੈਂਟਸ ਪੱਤਰਕਾਰ ਹੋਵੇ, ਚਾਹੇ ਪੰਜਾਬ ਦਾ ਜਾਂ ਦੇਸ਼ ਦਾ ਕੋਈ ਹੋਰ ਵਸਿੰਦਾ ਹੋਵੇ, ਹਰੇਕ ਦੇ ਪ੍ਰਤੀ ਜਿਹੜਾ ਸਤਿਕਾਰ ਆ ਸਾਨੂੰ ਰੱਖਣਾ ਚਾਹੀਦਾ। ਆਪਾਂ ਕਿਹਾ ਚਾਹੀਦਾ ਜੇ ਤੁਸੀਂ ਕਹਿੰਦੇ ਹੁੰਦੇ ਆ ਵੀ ਸਤਿਕਾਰ ਕਰੋਗੇ ਤਾਂ ਸਤਿਕਾਰ ਕਹਾਓਗੇ, ਜੀ ਬੋਲੋ ਜੀ ਕਹਾਓ।
ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਸ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਚਿੱਬਰ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਮੁਜ਼ੱਫਰਨਗਰ ਰੈਲੀ ਨੇ ਕਿਸ ਤਰੀਕੇ ਦੇ ਨਾਲ ਕਿਸਾਨੀ ਸੰਘਰਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਕਿਸਾਨੀ ਸੰਘਰਸ਼ ਹੀ ਨਹੀਂ ਬਲਕਿ ਦੇਸ਼ ਦੀ ਸਿਆਸਤ ਵੀ ਇਸ ਮਹਾ ਪੰਚਾਇਤ ਦੇ ਨਾਲ ਜਿਹੜੀ ਆ ਪ੍ਰਭਾਵਿਤ ਹੋ ਸਕਦੀ ਆ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਵਿਰੋਧ ਹੋ ਰਿਹਾ ਹੈ, ਚੋਣ ਪ੍ਰਚਾਰ ਦੇ ਦੌਰਾਨ ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਆਪਣੇ ਪ੍ਰੋਗਰਾਮ ਜਿਹੜੇ ਨੇ ਮੁਲਤਵੀ ਕਰਨੇ ਪਏ ਨੇ, ਔਰ ਮਹਾ ਪੰਚਾਇਤ ਦੇ ਵਿੱਚੋਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਪਹਿਲਾਂ ਵੀ ਐਲਾਨ ਕੀਤਾ ਹੈ ਕਿ ਮਿਸ਼ਨ 2022 ਤੇ ਉਸ ਤੋਂ ਬਾਅਦ ਮਿਸ਼ਨ 2024, ਜਿਸ ਤਰੀਕੇ ਨਾਲ 2022 ਦੇ ਵਿੱਚ 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ 24 ਦੇ ਵਿੱਚ ਦੇਸ਼ ਭਰ ਦੇ ਵਿੱਚ ਲੋਕ ਸਭਾ ਦੇ ਲਈ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਨੇ, ਚੋਣ ਪ੍ਰਕਿਰਿਆ ਨੂੰ ਕਿਸਾਨੀ ਮਹਾਪੰਚਾਇਤਾਂ ਪ੍ਰਭਾਵਿਤ ਕਰਨਗੀਆਂ ਔਰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਨਗੀਆਂ। ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।